बाबे दी कहानी संग्रह विच काले खू की हन कहानी दे शब्द। हनेरा तारकोल वर्गा गाड़ा सी ते चिपचिपा लगदा सी। दो कदमां मगरों हनेरा होर भी भयानक हो जाएगा। जमीन ते आसमान विचकार फैलिया शाह काला चिक्कड़, जिस विच बस असीं खुब के रह जावांगे। एक भयानक दलदल जिहड़ी सानू सबना नू निगल जाएगी, ते एक चीख दा चिथड़ा भी इस सुन्नेपन विच फड़फड़ाउण लई नहीं बचेगा। इस भयानक सुंज विच ते काली हनेरी खामोशी विच साडे गड्डे दे पईयां दी केड़ जमीन तो आसमान तक फैलदी जापदी पई सी। उंज आसमान है ही किथे सी। हनेरे दा स्याह ताबूत जिहड़ा साडे सिरां तो शुरू होके किसी बेनाम अंतता तक फैलिया होया सी। समा किथे सी? वो तां इस हनेरी कालख दी दलदल विच ही फस गया जापदा सी। सूरज नूं तां किसी हनेरी मिट्टी विच दफना दिता सी शायद। ना सूरज, ना रोशनी, ना चन्न, ना तारे, ना हवा, ना कायनात, ना रुख, ना कोई परिंदा। जंगली जानवर हाँ, वो तो होणगे ही जरूर, क्योंकि काले गाड़े हनेरे विचों कदे कदे पीलियां खुखार अखां साडे वल घूरदियां जापदियां सन, ते अजे वेले साडे गड्डे दे पईयां दी मनहोश किरड़ बड़ी महफूज जापदी सी। लगदा सी शायद पईयां दे इस रौंदे शोर तो डर के वो जंगली जानवर सानू पाड़ के खा जाण तो गुरेज कर रहे सन। ये शोर ना हुंदा तां शायद हुण तक साडियां बोटियां उन्हां दे ढिड्डां विच पहुंच चुकियां हुंदियां ते साडियां हड्डियां नूं उन्हां दे तिखे आरियां वर्गे दंद दबा रहे हुंदे। सानू कोई पता नहीं सी कि असीं किधर जा रहे हां। यही लगदा सी कि गड्डा हौली हौली तुर रिहा है बस। किस दिशा वल इसदा कोई पता नहीं सी। किथे पहुंचना है असां, इहदी साडे विचों किसी नूं कोई खबर नहीं सी। यही किरड़ सुन के असां सारियां ने हनेरे दी दलदल चों हथ उबारे सन ते गड्डे दियां बाहियां नूं फड़ के अपने आप नूं बोरियां वांगू उचका के ਉਹਦੇ ਵਿੱਚ ਸੁੱਟ ਲਿਆ ਸੀ। ਹਨੇਰੇ ਦੀ ਦਲਦਲ ਵਿੱਚ ਖੁੱਬੇ ਰਹਿਣ ਤੋਂ ਚੰਗਾ ਹੀ ਹੈ ਕਿ ਅਸੀਂ ਕਿਸੇ ਤੁਰਦੀ ਚੀਜ਼ ਤੇ ਬਹਿ ਜਾਈਏ। ਖਲੋਤੇ ਰਹਿਣ ਨਾਲੋਂ ਤੇ ਆਸਤਾ ਹਨੇਰੇ ਦੀ ਕਬਰ ਵਿੱਚ ਦਫਨ ਹੁੰਦੇ ਜਾਣ ਨਾਲੋਂ ਤਾਂ ਇਹ ਗੱਡਾ ਮਹਿਫੂਜ਼ ਸੀ। ਆਖਰ ਤੁਰ ਤਾਂ ਰਿਹਾ ਹੀ ਸੀ, वरना पईयां दा शोर किस तरह हुंदा ते हिचकोले क्यों आउंदे। पर गड्डे विच बहुत चेर बहन मगरों परम होण लगदा कि असीं तुर भी रहे हां कि नहीं। गड्डे दे पईयां दा शोर ते हिचकोले ਇਹ भी किधरे हनेरे दा उणिया होया भरम जाल तां नहीं। थोड़ी देर मगरों हनेरे दे उलरदे हथ
ਗੱਡੇ ਦੀਆਂ ਬਾਹੀਆਂ ਨੂੰ ਪੜੁੱਛਦੇ। ਪਰ ਅਸੀਂ ਗੱਡੇ ਵਿੱਚ ਇੰਨੇ ਜਣੇ ਸਾਂ ਕਿ ਸਾਡੇ ਗੋਡੇ ਘਿਸਰ ਰਹੇ ਸਨ। ਸਾਡੀਆਂ ਅਰਕਾਂ ਇੱਕ ਦੂਜੇ ਦੀਆਂ ਅਰਕਾਂ ਵਿੱਚ ਖੁੱਭ ਰਹੀਆਂ ਸਨ ਤੇ ਅਸੀਂ ਇੱਕ ਦੂਜੇ ਦੇ ਸਾਹਾਂ ਦੀ ਹਵਾ ਤੇ ਗਰਮੀ ਮਹਿਸੂਸ ਕਰ ਰਹੇ ਸਾਂ। ਇਸ ਕਰਕੇ ਹੋਰ ਲੋਕ ਵੀ ਗੱਡੇ ਵਿੱਚ ਚੜ੍ਹ ਆਉਣ ਤਾਂ ਬਹਿਣਗੇ ਕਿੱਥੇ। ਸਾਡੇ ਜੋਗੀ ਤਾਂ ਸਾਹ ਲੈਣ ਦੀ ਥਾਂ ਵੀ ਨਹੀਂ ਰਹੇਗੀ। ਹੁਣ ਤਾਂ ਗੱਡਾ ਹੀ ਸੀ, ਵਹਿਸ਼ਤ ਦਾ ਟੋਟਾ ਨਹੀਂ ਸੀ। ਪਰ ਹਜ਼ਰਤ ਨੂਹ ਦੀ ਕਿਸ਼ਤੀ ਵਾਂਗੂ ਹਨੇਰੇ ਦੇ ਸਮੁੰਦਰ ਵਿੱਚੋਂ ਕੱਢ ਲਿਜਾਣ ਦੀ ਇੱਕੋ ਇੱਕ ਆਸ ਹੀ ਸੀ ਸਾਡੀ। ਇਸ ਕਰਕੇ ਜਿਸ ਵੇਲੇ ਹਨੇਰੇ ਵਿੱਚੋਂ ਉਲਰਦੇ ਹੱਥ ਸਾਡੇ ਨੇੜੇ ਦੇ ਜੰਗਲ ਦੀ ਬਾਰੀ ਨੂੰ ਫੜਨ ਲੱਗਦੇ ਤਾਂ ਅਸੀਂ ਪੂਰੀ ਤਾਕਤ ਨਾਲ ਉਹਨਾਂ ਉਂਗਲਾਂ ਦੀ ਕੱਸੀ ਹੋਈ ਮੁੱਠ ਨੂੰ ਖੋਲ ਕੇ ਉਹਨਾਂ ਹੱਥਾਂ ਨੂੰ ਹਨੇਰੇ ਦੇ ਸੈਲਾਬ ਵਿੱਚ ਵਾਪਸ ਧੱਕ ਦਿੰਦੇ। ਕਈ ਹੱਥ ਇਹੋ ਜਿਹੇ ਹੁੰਦੇ ਜਿਨ੍ਹਾਂ ਦੀ ਗ੍ਰਿਫਤ ਬੜੀ ਕਰੜੀ ਤੇ ਪਿੱਡੀ ਹੁੰਦੀ। ਲਕਸ਼ ਜ਼ੋਰ ਲਗਾਇਆ ਵੀ ਉਹਨਾਂ ਦੀ ਮੁੱਠ ਗੱਡੇ ਦੀ ਬਾਹੀ ਚੂਲ ਤੋਂ ਨਾ ਹਿਲਦੀ। ਫਿਰ ਅਸੀਂ ਆਪਣੀ ਜੇਬ ਵਿੱਚੋਂ ਚਾਕੂ ਕੱਢਦੇ ਤੇ ਲੱਕੜ ਦੁਆਲੇ ਕੱਸੀਆਂ ਉਹਨਾਂ ਉਂਗਲਾਂ ਨੂੰ ਇੱਕੋ ਝਟਕੇ ਨਾਲ ਚੀਰ ਦਿੰਦੇ। ਹਨੇਰੇ ਦੇ ਸੈਲਾਬ ਵਿੱਚੋਂ ਇੱਕ ਭਿਆਨਕ ਚੀਖ ਉੱਭਰਦੀ, ਜਿਵੇਂ ਆਸਮਾਨ ਦੇ ਵਿਚਕਾਰ ਉਸੇ ਉੱਡਦੇ ਉਕਾਬ ਨੂੰ ਗੋਲੀ ਲੱਗੀ ਹੋਵੇ ਤੇ ਉਹ ਚਿਲਾਉਂਦਾ ਹੋਇਆ ਪੁਆਣੀਆਂ ਖਾਂਦਾ ਲੜਖੜਾਉਂਦਾ ਆਪਣੀ ਟੁੱਟੀ ਉਡਾਰੀ ਤੇ ਫੀਤਾ ਖਿੱਲਰਦੇ ਪਰਾਂ ਸਮੇਤ ਹੇਠਾਂ ਜ਼ਮੀਨ ਵੱਲ ਟਹਿਰਿਆ ਹੋਵੇ। ਪਰ ਇੱਥੇ ਸ਼ਾਹ ਕਾਲੇ ਹਨੇਰੇ ਵਿੱਚ ਨਾ ਮਨੁੱਖ ਨਜ਼ਰ ਆਉਂਦਾ ਸੀ, ਨਾ ਟੁੱਟੀ ਉਡਾਰੀ ਵਾਲਾ ਉਕਾਬ। ਸਿਰਫ ਇੱਕ ਲੰਮੀ ਖੌਫਨਾਕ ਦਰਿੰਦਗੀ ਚੀਖ ਹਨੇਰੇ ਨੂੰ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਖੰਜਰ ਵਾਂਗੂ ਕੱਟਦੀ ਚੀਰਦੀ ਚਲੀ ਜਾਂਦੀ ਸੀ ਤੇ ਸਾਡੇ ਹੱਥਾਂ ਵਿੱਚ ਕੱਟੀਆਂ ਉਂਗਲਾਂ ਦੇ ਟੁਕੜੇ ਰਹਿ ਜਾਂਦੇ ਸਨ, ਜਿਨ੍ਹਾਂ ਦੀ ਚਿਪਚਿਪਾਹਟ ਤੋਂ ਅਸੀਂ ਅੰਦਾਜ਼ਾ ਲਾ ਲੈਂਦੇ ਸਾਂ ਕਿ ਉਹਨਾਂ ਵਿੱਚੋਂ ਖੂਨ ਹੀ ਰਿਸ ਰਿਹਾ ਹੋਵੇਗਾ ਸ਼ਾਇਦ। ਉਂਝ ਉਸ ਹਨੇਰੇ ਵਿੱਚ ਨਾ ਮਾਸ ਦਾ ਕਣਕ ਪਿੰਨਾ ਰੰਗ ਸੀ, ਨਾ ਖੂਨ ਦਾ ਸੁਰਖ ਰੰਗ। ਬਸ ਸਭ ਕੁਝ ਕਾਲਾ ਸੀ, ਕਾਲਾ ਤੇ ਚਿਪਚਿਪਾ। ਅਚਾਨਕ ਗੱਡੇ ਵਿੱਚੋਂ ਕਿਸੇ ਬੱਚੇ ਦੀ ਆਹਿਸਤਾ ਡੁਸਕਣ ਦੀ ਆਵਾਜ਼ ਆਉਣ ਲੱਗੀ। ਹੈ ਬੱਚਾ? ਤਾਂ ਕਿ ਇਸ ਗੱਡੇ ਵਿੱਚ ਕੋਈ ਬੱਚਾ ਵੀ ਸੀ? ਇਹ ਕਿਹੋ ਜਿਹਾ ਹਨੇਰਾ ਸੀ ਜਿਸ ਵਿੱਚ ਨਾ ਹੈਰਾਨੀ ਸੀ, ਨਾ ਹਮਦਰਦੀ, ਨਾ ਆਪਣੇ ਵਰਗੇ ਹੋਰਨਾਂ ਲੋਕਾਂ ਦੇ ਸਾਥ ਦਾ ਆਸਵਾਸ਼ਨ ਸੀ, ਨਾ ਇਹ ਕੱਲ ਦੀ ਬੋਖਲਾਹਟ, ਨਾ ਗਮ, ਨਾ ਉਦਾਸੀ, ਨਾ ਹੀ ਕੋਈ ਬੋਲ ਰਿਹਾ ਸੀ। ਸਾਡੇ ਸਾਰਿਆਂ ਦੇ ਸੰਗ ਵਿੱਚ ਹਨੇਰੇ ਦੀ ਤੇ ਖੌਫ ਦੀ ਚਿਪਚਿਪਾਹਟ ਹੀ ਸੀ। ਬਸ ਬੱਚਾ ਰਹਿ ਕੇ ਡੁਸਕ ਉੱਠਦਾ ਸੀ। ਹਟਕੋੜੇ ਦਾ ਇੱਕ ਟੁੱਟਿਆ ਹੋਇਆ ਟੁਕੜਾ, ਇੱਕ ਖੌਫ ਦਾ ਸੁਗਾਹਟ। ਉਹਦੀ ਮਾਂ ਉਹਨੂੰ ਚੁੱਪ ਕਿਉਂ ਨਹੀਂ ਕਰਵਾਉਂਦੀ? ਉਹਨੂੰ ਵਰਾਂਦੀ ਕਿਉਂ ਨਹੀਂ ਸੀ? ਮਾਂ ਹੈ ਕਿ ਨਹੀਂ ਆਉਂਦੀ ਇਸ ਗੱਡੇ ਵਿੱਚ, ਕੌਣ ਜਾਣੇ। ਹਨੇਰਾ ਗੱਡੇ ਦੇ ਪਹੀਆਂ ਦਾ ਲਗਾਤਾਰ ਰੁੰਦਨ
ਜਿਵੇਂ ਕੋਈ ਮੌਤ ਦੀ ਆਖਰੀ ਹਿਚਕੀ ਤੋਂ ਪਹਿਲਾਂ ਕਰਾ ਰਿਹਾ ਹੋਵੇ। ਅਚਾਨਕ ਮੈਨੂੰ ਲੱਗਾ ਮੇਰੇ ਮੋਢੇ ਨੂੰ ਕਿਸੇ ਛੋਟੀ ਜਿਹੀ ਤਲੀ ਨੇ ਫੜਿਆ ਹੈ। ਸਹਾਰੇ ਲਈ ਡਸਕੋਰੇ ਦੀ ਆਵਾਜ਼ ਮੇਰੀ ਗੱਲ ਨੂੰ ਛੋਹੀ ਤੇ ਫੇਰ ਦੋ ਨਿੱਕੀਆਂ ਨਿੱਕੀਆਂ ਲੱਤਾਂ ਮੇਰੀਆਂ ਲੱਤਾਂ ਨਾਲੋਂ ਖਿੰਦੀਆਂ ਹੋਈਆਂ ਡਿੱਕ ਡੋਲੇ ਖਾਂਦੀਆਂ ਲੰਘੀਆਂ। ਲੱਗਿਆ ਕੋਈ ਬੱਚਾ ਗੱਡੇ ਵਿੱਚ ਇੱਧਰ ਤੋਂ ਉੱਧਰ ਤੁਰ ਰਿਹਾ ਹੋਵੇ। ਡਸਕੋਰੇ ਭਰਦਾ ਡਿੱਕ ਡੋਲੇ ਖਾਂਦਾ ਲੋਕਾਂ ਦੀਆਂ ਤਹਿ ਕੀਤੀਆਂ ਲੱਤਾਂ ਵਿੱਚੋਂ ਤੇ ਬਾਹਾਂ ਦੀਆਂ ਕੜਿੰਗੀਆਂ ਵਿੱਚੋਂ ਤੇ ਹਨੇਰੇ ਵਿੱਚ ਜੰਮੇ ਜਿਸਮਾਂ ਵਿੱਚੋਂ ਰਾਹ ਬਣਾਉਂਦਾ। ਟੋ ਟੋ ਕੇ ਲੋਕਾਂ ਦੇ ਮੋਢੇ ਲੱਭਦਾ, ਸਹਾਰਾ ਲੈ ਕੇ ਅਗਲੀ ਪਲਾਂਘ ਪੁੱਟਣ ਲਈ। ਖਬਰੇ ਆਪਣੀ ਮਾਂ ਨੂੰ ਲੱਭ ਰਿਹਾ ਹੋਵੇਗਾ, ਮੈਂ ਸੋਚਿਆ। ਅਚਾਨਕ ਪਰਾਂ ਹਨੇਰੇ ਵਿੱਚੋਂ ਕੁਝ ਅੱਖਾਂ ਚਮਕੀਆਂ, ਉਸੇ ਪਾਸੇ ਜਿੱਧਰ ਸਾਡਾ ਗੱਡਾ ਰਿੜਦਾ ਹੋਇਆ ਜਾ ਰਿਹਾ ਸੀ। ਅਜੀਬ ਸਾਨੂੰ ਅੱਖਾਂ ਹਨੇਰੇ ਵਿੱਚ ਵਰਮੀ ਨਾਲ ਸੁਰਾਖ ਕਰਦੀਆਂ, ਪੀਲੀ ਵਹਿਸ਼ੀ ਰੋਸ਼ਨੀ ਨਾਲ ਜਗਬੁਝ ਕਰਦੀਆਂ। ਰੋਸ਼ਨੀ ਵੀ ਕਾਦੀ, ਜਿਵੇਂ ਕੋਈ ਅਧਮਰੇਟ ਟਹਿਣੇ ਹੋਣ। ਮੈਂ ਉਸ ਪੀਲੀ ਅਧਮਰੀ ਰੋਸ਼ਨੀ ਵਿੱਚ ਆਪਣੇ ਸਾਥੀਆਂ ਦੇ ਆਕਾਰ ਲੱਭਣ ਦੀ ਕੋਸ਼ਿਸ਼ ਕੀਤੀ। ਮਾਂ, ਇੱਕ ਲੰਮੀ ਲੇਰ, ਕਿਸੇ ਬੱਚੇ ਦੀ ਲੰਮੀ ਚੀਖ। ਮਾਂ, ਇੱਕ ਗਿਰਗਰਾਉਂਦੀ ਹੋਈ ਪੁਕਾਰ। ਹਨੇਰੇ ਦੀ ਅੰਤਾਂ ਵਿੱਚ ਜ਼ਖਮੀ ਪਰਿੰਦੇ ਵਾਂਗੂ ਤੜਫਦੀ ਹੋਈ, ਫਟੇ ਚਿੱਥੜੇ ਵਾਂਗੂ ਵਾਵਰੋਲੇ ਵਿੱਚ ਫੜਫੜਾਉਂਦੀ, ਹਨੇਰੇ ਦੀ ਦਲਦਲ ਵਿੱਚ ਖੰਜਰ ਖੋਭਦੀ। ਬੱਚਾ ਚੀਖ ਰਿਹਾ ਸੀ, ਉੱਚੀ ਉੱਚੀ ਚੀਖਦਾ ਹੋਇਆ ਰੋ ਰਿਹਾ ਸੀ। ਉਹਦੀਆਂ ਅੱਖਾਂ ਕੋਈ ਨਹੀਂ, ਉਹਦੀਆਂ ਅੱਖਾਂ ਕੋਈ ਨਹੀਂ। ਕਿਹਦੀਆਂ ਅੱਖਾਂ? ਹਨੇਰੇ ਵਿੱਚੋਂ ਕਿਸੇ ਨੇ ਪੁੱਛਿਆ। ਉਹ ਜਿਹੜਾ ਗੱਡਾ ਚਲਾਉਂਦਾ ਪਿਆ ਏ, ਉਹਦੀਆਂ ਅੱਖਾਂ ਕੋਈ ਨਹੀਂ, ਸਿਰਫ ਟੋਏ, ਹੱਡੀਆਂ ਵਿੱਚ ਟੋਏ, ਮੱਥੇ ਹੇਠਾਂ ਟੋਏ। ਬੱਚਾ ਦਹਿਸ਼ਤ ਵਿੱਚ ਚੀਖਦਾ ਹੋਇਆ ਬੋਲ ਰਿਹਾ ਸੀ, ਹਟਕੋਰੇ ਲੈ ਲੈ ਕੇ। ਅਜੀਬ ਖੌਫ ਤੇ ਸ਼ਿਕੰਜੇ ਵਿੱਚ ਜਕੜੀ ਹੋਈ ਉਹਦੀ ਆਵਾਜ਼ ਤੇ ਅਚਾਨਕ ਬੇਨਕਾਬ ਹੋਇਆ ਉਹਦਾ ਰੁਦਨ, ਚੀਖਦਾ ਹੋਇਆ ਰੁਦਨ, ਹਨੇਰੇ ਦੀ ਕਾਲਖ ਦੇ ਲੰਗਾਰ ਲਾਉਂਦੀ ਹੋਈ ਉਹਦੀ ਚੀਖ। ਉਹਦੀਆਂ ਅੱਖਾਂ ਕੋਈ ਨਹੀਂ, ਮੱਥੇ ਹੇਠਾਂ ਟੋਏ, ਹੱਡੀਆਂ ਵਿੱਚ ਪੁੱਟੇ ਹੋਏ ਦੋ ਟੋਏ, ਐਡੇ ਐਡੇ ਡੂੰਘੇ ਖੂਹਾਂ ਵਰਗੇ ਗਾਲੇ ਖੂਹ। ਅੱਖਾਂ ਕੋਈ ਨਹੀਂ, ਅੱਖਾਂ ਕੋਈ ਨਹੀਂ, ਕਾਲੇ ਖੂਹ ਨੇ ਕਾਲੇ ਖੂਹ। ਇਹ ਸੀ ਕਹਾਣੀ ਦੇ ਸ਼ਬਦ ਤੇ ਅਗਲੀ ਕਹਾਣੀ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਅਲਵਿਦਾ ਦੋਸਤੋ, ਸਾਡੇ ਨਾਲ ਜੁੜੇ ਰਹੋ।